Dear students, welcome to Amrit Senior Secondary School. ਅੱਜ ਮੈਂ ਤੁਹਾਨੂੰ 8th ਕਲਾਸ ਦੀ ਸਾਇੰਸ ਦੀ ਟੈਕਸਟ ਬੁੱਕ ਦਾ ਚੈਪਟਰ ਨੰਬਰ 3 ਸਿੰਥੈਟਿਕ ਫਾਈਬਰਸ ਐਂਡ ਪਲਾਸਟਿਕ ਦਾ ਫਸਟ ਪਾਰਟ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 32 ਤੋਂ ਲੈ ਕੇ 35 ਦੇ ਵਿਚਕਾਰ ਹੈ। ਅਸੀਂ ਅੱਜ ਗੱਲ ਕਰਾਂਗੇ ਕਿ ਸਿੰਥੈਟਿਕ ਫਾਈਬਰਸ ਕੀ ਹੈ, ਇਸ ਦਾ ਦੂਸਰਾ ਨਾਮ ਕੀ ਹੈ। ਠੀਕ ਹੈ ਜੀ, ਇਹ ਸਾਨੂੰ ਕਿਹੜੀ ਚੀਜ਼ਾਂ ਤੋਂ ਪ੍ਰਾਪਤ ਹੋ ਰਿਹਾ, ਇਸ ਦੇ ਕਿਹੜੇ ਫਾਇਦੇ ਹਨ। ਆਓ ਪੜ੍ਹਦੇ ਹਾਂ ਜੀ। The clothes which we wear and made of fabrics, कहना ਜਿਹੜੇ ਅਸੀਂ ਕੱਪੜੇ ਪਾ ਰਹੇ ਹਾਂ ਕਿਤੇ ਬਣੇ ਹੁੰਦੇ ਨੇ ਜੀ ਫੈਬਰਿਕਸ। ਫੈਬਰਿਕਸ ਦਾ ਮਤਲਬ ਹੁੰਦਾ ਹੈ ਰੇਸ਼ਿਆਂ ਦੇ ਮਿਲ ਕੇ ਬਣਦੇ ਨੇ। ਜੋ ਵੀ ਅਸੀਂ ਕੱਪੜਾ ਪਾ ਰਹੇ ਹਾਂ, ਭਾਵੇਂ ਸੂਤੀ ਪਾ ਰਹੇ ਚਾਹੇ ਉਨੀ ਕੱਪੜਾ ਪਾ ਰਹੇ, ਉਹ ਕਾਹਦਾ ਮਿਲ ਕੇ ਬਣਿਆ ਹੋਇਆ ਜੀ, ਰੇਸ਼ਿਆਂ ਤੋਂ ਮਿਲ ਕੇ ਬਣਦਾ ਹੈ। Fabrics are made from fibers obtained from natural and artificial source, ਕਹਿੰਦਾ ਜੀ ਫੈਬਰਿਕਸ ਕਾਹਦੇ ਹੁੰਦੇ ਨੇ ਜੀ, ਕਾਹ ਤੋਂ ਮਿਲ ਕੇ ਬਣਦੇ ਨੇ। ਇਹ ਸਾਨੂੰ ਨੈਚੁਰਲ ਤੌਰ 'ਤੇ ਰਿਸੋਰਸ ਹੁੰਦੇ ਨੇ ਉਹਨਾਂ ਤੋਂ ਮਿਲ ਕੇ ਬਣਦੇ ਨੇ, ਜਾਂ ਆਰਟੀਫਿਸ਼ਲ ਸੋਰਸ ਤੋਂ ਮਿਲ ਕੇ ਬਣਦੇ ਨੇ। ਕੁਦਰਤੀ ਸੋਰਸ ਕਿਹੜੇ ਹੋਣਗੇ, ਠੀਕ ਹੈ ਜੀ, ਜਿਸ ਤਰ੍ਹਾਂ ਪਲਾਂਟਸ ਐਨੀਮਲਸ ਹੋਣਗੇ, ਠੀਕ ਹੈ ਜੀ। ਅਤੇ ਆਰਟੀਫਿਸ਼ਲ ਸੋਰਸ ਕਿਹੜੇ ਹੋਣਗੇ, ਜਿਹੜੇ ਅਸੀਂ ਖੁਦ ਬਣਾਏ ਹੋਣਗੇ, ਜਿਹੜੇ ਨਕਲੀ ਹੋਣਗੇ, ਉਹਨਾਂ ਸੋਰਸ ਤੋਂ ਮਿਲ ਕੇ ਬਣਦੇ ਨੇ। ਫੋਰ ਐਗਜ਼ਾਮਪਲ ਕਾਟਨ ਕਲੋਥਸ ਆਰ ਮੇਡ ਆਫ ਕਾਟਨ ਥਰੈਡ ਫੈਬਰਿਕਸ, ਕਹਿੰਦਾ ਹੈ ਜੀ ਕਾਟਨ ਦਾ ਕੱਪੜਾ ਜੋ ਅਸੀਂ ਆਪਣੇ ਘਰਾਂ ਸੂਤੀ ਕੱਪੜੇ ਪਾਉਂਦੇ ਹਾਂ ਜੀ, ਉਹਨਾਂ ਦੇ ਫੈਬਰਿਕਸ ਕਿਹੜੇ ਹੋਣਗੇ, ਕਾਟਨ ਦੇ ਧਾਗੇ ਹੋਣਗੇ, ਸੂਤੀ ਧਾਗੇ ਹੋਣਗੇ। ਸੂਤੀ ਧਾਗਿਆਂ ਨੂੰ ਮਿਲਾ ਕੇ ਹੀ ਕੱਪੜੇ ਬਣਦੇ ਨੇ, ਠੀਕ ਹੈ ਜੀ। ਉਸ ਤਰ੍ਹਾਂ ਗੱਲ ਕਰ ਰਿਹਾ ਜੀ। ਜੇਕਰ ਅਸੀਂ ਵੂਲ ਦੀ ਗੱਲ ਕਰੀਏ, ਉਨੀ ਕੱਪੜਿਆਂ ਦੀ ਗੱਲ ਕਰੀਏ, ਉਹਨਾਂ ਦਾ ਸੋਰਸ ਕੀ ਹੋਏਗਾ ਜੀ, ਉੱਨ ਹੋਏਗੀ। ਉਹਦੀ ਐਗਜ਼ਾਮਪਲ ਹੈ ਤੁਸੀਂ ਆਪਣੇ ਘਰਾਂ ਵਿੱਚ ਵੇਖਿਆ ਹੀ ਹੋਵੇਗਾ, ਸਰਦੀਆਂ ਦੇ ਵਿੱਚ ਤੁਹਾਡੇ ਮਾਤਾ ਜੀ ਤੁਹਾਡੇ ਵਾਸਤੇ ਸਵੈਟਰ ਬੁਣਦੇ ਨੇ, ਠੀਕ ਹੈ। ਸਵੈਟਰ ਕਾਹਦਾ ਸ਼ੁਰੂ ਕਰਦੇ ਨੇ, ਉੱਨ ਦਾ ਸ਼ੁਰੂ ਕਰਦੇ ਨੇ। ਜਦੋਂ ਉੱਨ ਨੂੰ ਸਲਾਈਆਂ ਦੇ ਨਾਲ ਮਮਾ ਬੁਣਨਾ ਸ਼ੁਰੂ ਕਰ ਦਿੰਦੇ, ਕੱਪੜਾ ਤਿਆਰ ਹੋ ਜਾਂਦਾ ਹੈ, ਠੀਕ ਹੈ ਜੀ। ਉਹ ਸਾਡਾ ਕੱਪੜਾ ਬਣ ਜਾਂਦਾ ਹੈ। ਅਤੇ ਜੋ ਚੀਜ਼ ਜਿੱਦਾਂ ਬਣਦੀ ਹੈ, ਕਾਹਦੀ ਬਣ ਰਹੀ, ਉੱਨ ਦੀ ਬਣ ਰਹੀ ਹੈ। ਉੱਨ ਸਾਡੇ ਵਾਸਤੇ ਕੀ ਇੱਕ ਚੀਜ਼ ਕੀ ਹੈ ਜੀ, ਉਹ ਸਾਡੇ ਕੀ ਨੇ, ਫੈਬਰਿਕਸ ਨੇ, ਠੀਕ ਹੈ ਜੀ। ਜੋ ਬਣ ਕੇ ਤਿਆਰ ਹੋ ਰਿਹਾ ਸਾਡਾ ਕੀ ਆ, ਫਾਈਬਰ ਸਾਡੇ ਸਾਹਮਣੇ ਤਿਆਰ ਹੋ ਰਿਹਾ। ਟਾਈਪਸ ਨੈਚੁਰਲ ਫਾਈਬਰਸ ਅਤੇ ਸਿੰਥੈਟਿਕ ਫਾਈਬਰਸ। ਨੈਚੁਰਲ ਫਾਈਬਰਸ ਤਾਂ ਨੈਚੁਰਲ ਫਾਈਬਰਸ ਲਾਈਕ ਕਾਟਨ, ਵੂਲ, ਸਿਲਕ ਐਕਸੈਟਰਾ ਆਰ ਓਬਟੇਨ ਫਰੋਮ ਪਲਾਂਟਸ ਐਂਡ ਐਨੀਮਲਸ। ਜਿਹੜੇ ਸਾਡੇ ਨੈਚੁਰਲ ਫਾਈਬਰਸ ਹੁੰਦੇ ਨੇ ਸਾਨੂੰ ਕਿੱਥੋਂ ਮਿਲਦੇ ਨੇ ਜੀ, ਠੀਕ ਹੈ। ਕਾਟਨ ਸੂਤੀ ਹੋ ਗਿਆ, ਜਿਸ ਤਰ੍ਹਾਂ ਕਪਾਹ ਵਗੈਰਾ ਹੋ ਗਈ, ਉੱਨ ਹੋ ਗਈ, ਸਿਲਕ ਹੋ ਗਈ, ਸਾਨੂੰ ਕਿੱਥੋਂ ਮਿਲ ਰਹੇ ਨੇ ਜੀ, ਪੌਦਿਆਂ ਅਤੇ ਜਾਨਵਰ ਤੋਂ ਪ੍ਰਾਪਤ ਹੋ ਰਹੇ ਨੇ, ਜੋ ਸਾਨੂੰ ਆਮ ਕੁਦਰਤੀ ਪ੍ਰਕਿਰਤੀ ਤੌਰ 'ਤੇ ਪ੍ਰਾਪਤ ਹੋ ਰਹੇ ਕਿਹੜੇ ਸਾਡੇ ਸੋਰਸ ਨੇ, ਨੈਚੁਰਲ ਸੋਰਸ ਨੇ। ਸਿੰਥੈਟਿਕ ਫਾਈਬਰਸ ਤਾਂ ਸਿੰਥੈਟਿਕ ਫਾਈਬਰਸ ਆਰ ਮੇਡ ਬਾਈ ਹਿਊਮਨ ਬੀਂਗਸ। ਜਿਹੜੇ ਫਾਈਬਰਸ ਖੁਦ ਇਨਸਾਨ ਬਣਾ ਰਿਹਾ, ਵਿਅਕਤੀ ਬਣਾ ਰਿਹਾ, ਉਹਨੂੰ ਕੀ ਬੋਲਦੇ ਨੇ, ਸਿੰਥੈਟਿਕ ਫਾਈਬਰਸ। ਇਹ ਸਿੰਥੈਟਿਕ ਫਾਈਬਰਸ ਇਜ਼ ਆਲਸੋ ਏ ਚੇਨ ਆਫ ਸਮਾਲ ਯੂਨਿਟਸ ਜੁਆਇਨ ਟੂਗੈਦਰ। ਕਹਿੰਦਾ ਸਿੰਥੈਟਿਕ ਫਾਈਬਰਸ ਹੁੰਦਾ ਕੀ ਹੈ, ਛੋਟੀਆਂ ਇਕਾਈਆਂ ਨੂੰ ਜੋੜ ਕੇ ਇੱਕ ਵੱਡੀ ਸਾਰੀ ਚੇਨ ਬਣਾਉਣੀ ਸ਼ੁਰੂ ਕਰ ਦਿੰਦੇ ਨੇ। ਈਚ ਸਮਾਲ ਯੂਨਿਟ ਇਜ਼ ਐਕਚੁਅਲੀ ਏ ਕੈਮੀਕਲ ਸਬਸਟਾਂਸ। ਜਦੋਂ ਛੋਟੀਆਂ ਇਕਾਈਆਂ ਜੁੜਦੀਆਂ ਨੇ, ਉਹ ਛੋਟੀਆਂ ਇਕਾਈਆਂ ਦਰਅਸਲ ਵਿੱਚ ਕੀ ਹੁੰਦੀਆਂ ਹੋਣਗੀਆਂ, ਕੈਮੀਕਲ ਰਸਾਇਣ ਹੁੰਦੇ ਨੇ। ਫੋਰ ਐਗਜ਼ਾਮਪਲ ਬੀਡਸ, ਪੇਪਰ ਕਲਿਪਸ। ਕਹਿੰਦਾ ਜੀ ਐਗਜ਼ਾਮਪਲ ਲੈ ਰਹੇ ਹਾਂ ਜੀ ਤੁਹਾਡੇ ਵਾਸਤੇ, ਠੀਕ ਹੈ, ਕਿ ਤੁਹਾਡੀ ਬੁੱਕ ਦੇ ਵਿੱਚ ਐਗਜ਼ਾਮਪਲ ਦਿੱਤੀ ਗਈ ਹੈ ਇੱਕ, ਇਹਦੇ ਵਿੱਚ ਨਜ਼ਰ ਆ ਹੀ ਰਹੀ ਹੋਗੀ ਕਿ ਛੋਟੇ ਮਣਕਿਆਂ ਨੂੰ ਜੋੜ ਕੇ ਇੱਕ ਚੇਨ ਬਣਾਈ ਜਾਂਦੀ ਹੈ, ਠੀਕ ਹੈ ਜੀ। ਇੱਕ ਹੋਰ ਐਗਜ਼ਾਮਪਲ ਦਿੱਤੀ ਹੈ ਜੀ, ਪੇਪਰ ਕਲਿਪਸ ਨੂੰ ਜੋੜ ਕੇ ਇੱਕ ਚੇਨ ਬਣਾਈ ਹੈ। ਆ ਛੋਟੇ ਜਿਹੜੇ ਮਣਕੇ ਜੋੜੇ ਨੇ ਸਾਡੇ ਕੀ ਨੇ ਜੀ, ਇੱਕ ਸਿੰਥੈਟਿਕ ਫਾਈਬਰ ਤਿਆਰ ਹੋ ਰਿਹਾ। ਇਹ ਛੋਟੇ ਮਣਕੇ ਸਾਡੇ ਕੀ ਨੇ, ਮੋਨੋਮਰਸ ਨੇ, ਠੀਕ ਹੈ ਜੀ। ਇਹ ਸਾਰੀ ਚੀਜ਼ ਕੀ ਬਣ ਰਹੀ, ਇੱਕ ਬਹੁਲਕ ਬਣ ਰਿਹਾ, ਪੋਲੀਮਰ ਬਣ ਰਿਹਾ, ਠੀਕ ਹੈ ਜੀ। ਇਸੇ ਤਰ੍ਹਾਂ ਇੱਕ ਪੇਪਰ ਕਲਿਪਸ ਲਿੱਤੇ ਨੇ, ਛੋਟੇ ਪੇਪਰ ਕਲਿਪਸ ਆਪਸ ਜੋੜੇ ਨੇ ਉਹਨੇ, ਠੀਕ ਹੈ। ਇਹ ਕੀ ਬਣ ਕੇ ਸਾਹਮਣੇ ਚੇਨ ਬਣ ਕੇ ਆ ਰਹੀ, ਇਹਨੂੰ ਕੀ ਬੋਲਾਂਗੇ, ਸਿੰਥੈਟਿਕ ਫਾਈਬਰਸ। ਪੋਲੀਮਰ ਅੱਗੋਂ ਗੱਲ ਕਰ ਰਹੇ ਹਾਂ ਜੀ, ਪੋਲੀਮਰ ਕੀ ਹੁੰਦਾ। ਮੈਨੀ ਸਚ ਸਮਾਲ ਯੂਨਿਟਸ ਕੰਬਾਈਨ ਟੂ ਫਾਰਮ ਏ ਲਾਰਜ ਸਿੰਗਲ ਯੂਨਿਟ ਕਾਲਡ ਪੋਲੀਮਰ। ਕਹਿੰਦਾ ਛੋਟੀਆਂ ਇਕਾਈਆਂ ਨੂੰ ਜੋੜਨਾ ਸ਼ੁਰੂ ਕਰਦੇ ਨੇ, ਵੱਡੀ ਇਕਾਈ ਜਦੋਂ ਬਣ ਜਾਂਦੀ ਉਹਨੂੰ ਕੀ ਬੋਲਦੇ ਨੇ, ਪੋਲੀਮਰ। ਦਾ ਵਰਡ ਪੋਲੀਮਰ ਕਮਸ ਫਰੋਮ 2 ਗ੍ਰੀਕ ਵਰਡਸ। ਕਹਿੰਦਾ ਜੀ ਪੋਲੀਮਰ ਸ਼ਬਦ ਆਇਆ ਕਿੱਥੋਂ ਸੀ, ਗ੍ਰੀਕ ਭਾਸ਼ਾ ਵਿੱਚੋਂ ਆਇਆ ਸੀ। ਇਹਦੇ ਦੋ ਮਤਲਬ ਬਣਦੇ ਨੇ ਜੀ, ਪੋਲੀ ਮੀਨਸ ਮੈਨੀ ਐਂਡ ਮਰ ਮੀਨ ਯੂਨਿਟਸ। ਪੋਲੀ ਦਾ ਮਤਲਬ ਕੀ ਹੈ ਜੀ, ਬਹੁਤ, ਤੇ ਮਰ ਦਾ ਮੀਨ ਕੀ ਹੈ ਜੀ, ਇਕਾਈ। ਕਹਿੰਦਾ ਬਹੁਤ ਸਾਰੀਆਂ ਛੋਟੀਆਂ ਇਕਾਈਆਂ ਨੂੰ ਜੋੜਦੇ ਜਾਓ ਤੇ ਕੀ ਬਣ ਜਾਂਦਾ ਹੈ, ਪੋਲੀਮਰ। ਇਹ ਪੋਲੀਮਰ ਇਜ਼ ਮੇਡ ਆਫ ਮੈਨੀ ਰਿਪੀਟਿੰਗ ਯੂਨਿਟਸ। ਪੋਲੀਮਰ ਅਕਰ ਨੈਚੁਰਲ ਆਲਸੋ। ਕਹਿੰਦਾ ਜੀ ਇਹ ਨੇਚਰ ਦੇ ਵਿੱਚ ਵੀ ਕੁਦਰਤੀ ਤੌਰ 'ਤੇ ਵੀ ਹੁੰਦਾ ਹੈ। ਫੋਰ ਐਗਜ਼ਾਮਪਲ ਕਾਟਨ ਇਜ਼ ਏ ਪੋਲੀਮਰ ਕਾਲਡ ਸੈਲੂਲੋਜ਼। ਸੈਲੂਲੋਜ਼ ਇਜ਼ ਮੇਡ ਅਪ ਆਫ ਏ ਲਾਰਜ ਨੰਬਰ ਆਫ ਗਲੂਕੋਜ਼ ਯੂਨਿਟਸ। ਕਹਿੰਦਾ ਜੀ ਕੁਦਰਤੀ ਤੌਰ 'ਤੇ ਪੋਲੀਮਰ ਪਾਇਆ ਜਾਂਦਾ ਹੈ, ਜਿਸ ਤਰ੍ਹਾਂ ਕਿ ਮੰਨ ਲਓ ਕਾਟਨ ਹੈ, ਕਪਾਹ ਹੈ, ਇਹ ਕਾਹਦੀ ਮਿਲ ਕੇ ਬਣੀ ਹੁੰਦੀ ਹੈ ਜੀ, ਸੈਲੂਲੋਜ਼ ਦੀ ਮਿਲ ਕੇ ਬਣੀ ਹੁੰਦੀ ਹੈ। ਪਰ ਸੈਲੂਲੋਜ਼ ਕਾਹਦਾ ਮਿਲ ਕੇ ਬਣਦਾ ਜੀ, ਗਲੂਕੋਜ਼ ਨੂੰ ਜੋੜਦੇ ਜਾਓ ਤੇ ਕੀ ਬਣਨਾ ਸ਼ੁਰੂ ਹੋ ਜਾਂਦਾ ਹੈ, ਸੈਲੂਲੋਜ਼ ਵਗੈਰਾ ਬਣਨਾ ਸ਼ੁਰੂ ਹੋ ਜਾਂਦਾ ਜੀ। ਹਾਂਜੀ ਅੱਗੋਂ ਗੱਲ ਕਰ ਰਹੇ ਹਾਂ ਜੀ, ਟਾਈਪਸ ਆਫ ਸਿੰਥੈਟਿਕ ਫਾਈਬਰਸ। ਸਿੰਥੈਟਿਕ ਫਾਈਬਰਸ ਦੇ ਕਿਹੜੀਆਂ ਕਿਸਮਾਂ ਨੇ, ਉਹਨਾਂ ਬਾਰੇ ਪੜ੍ਹਨਾ ਹੈ ਜੀ। ਨੰਬਰ 1 ਰਿਓਨ, ਨੰਬਰ 2 ਨਾਈਲੋਨ, ਨੰਬਰ 3 ਪੋਲੀਸਟਰ ਐਂਡ ਐਕ੍ਰੀਲਿਕ। ਅਸੀਂ ਤਿੰਨਾਂ ਬਾਰੇ ਗੱਲ ਕਰਾਂਗੇ। ਸ਼ੁਰੂ ਕਰਦੇ ਹਾਂ ਜੀ। ਨੰਬਰ 1 ਰਿਓਨ।
You have read silk fibers obtained from silkworms and it is a natural fiber and very costly. ਕਹਿੰਦੇ ਤੁਸੀਂ ਪਹਿਲਾਂ ਪੜ੍ਹਿਆ ਜੀ ਕਿ ਜਿਹੜਾ ਸਾਨੂੰ ਸਿਲਕ ਹੈ ਕਿੱਥੋਂ ਪ੍ਰਾਪਤ ਹੋ ਰਿਹਾ ਸਿਲਕਵਰਮ ਰੇਸ਼ਮ ਦੇ ਕੀੜੇ ਤੋਂ ਰੇਸ਼ਮ ਪ੍ਰਾਪਤ ਹੋ ਰਿਹਾ ਇਹ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਤੇ ਨਾਲੇ ਸਾਨੂੰ ਕੀ ਹੈ ਜੀ ਇਹ ਕੀ ਹੈ ਕੁਦਰਤੀ ਸੋਰਸ ਹੈ So the end of the 90th century, scientists were successfully in obtaining a fiber having properties similar to that silk. ਕਹਿੰਦਾ ਜੀ 19ਵੀਂ ਸਦੀ ਦੇ ਅੰਤ ਤੱਕ ਵਿਗਿਆਨੀਆਂ ਨੇ ਨਵੀਂ ਖੋਜ ਕੀਤੀ ਜੋ ਬਿਲਕੁਲ ਹੀ ਰੇਸ਼ਮ ਵਰਗਾ ਸੀ ਇੱਕ ਨਵਾਂ ਇੱਕ ਰੇਸ਼ਾ ਬਣਾ ਕੇ ਸਾਹਮਣੇ ਤਿਆਰ ਕਰ ਦਿੱਤਾ ਪਰ ਹੈ ਕੁਦਰਤੀ ਤੌਰ ਤੇ ਨਹੀਂ ਸੀ ਹੈ ਉਹ ਕੀ ਸੀ ਹਿਊਮਨ ਬੀਇੰਗ ਦਾ ਬਣਾਇਆ ਹੋਇਆ ਸੀ Such a fiber was obtained by chemical treatment of wood pulp. ਕਹਿੰਦਾ ਜੀ ਕੈਮੀਕਲ ਟ੍ਰੀਟਮੈਂਟ ਨਾਲ ਤਿਆਰ ਕੀਤਾ ਗਿਆ ਸੀ ਕਾਦੇ ਉੱਪਰ ਲੱਕੜੀ ਦੇ ਪਲਪ ਉੱਪਰ This fiber was also called rayon or artificial silk. ਕਹਿੰਦਾ ਜਿਸ ਕਰਕੇ ਇਹਨੂੰ ਕੀ ਕਿਹਾ ਜਾਂਦਾ ਰਿਓਨ ਕਿਹਾ ਜਾਂਦਾ ਜਾਂ ਇਹਨੂੰ ਬਨਾਵਟੀ ਸਿਲਕ ਵੀ ਆਖਿਆ ਜਾਂਦਾ ਸੀ ਇਹ 19ਵੀਂ ਸਦੀ ਦੇ ਅੰਤ ਤੱਕ ਵਿਗਿਆਨੀ ਇੱਕ ਨਵਾਂ ਰੇਸ਼ਮ ਤਿਆਰ ਕੀਤਾ ਸੀ Uses Rayon is mixed with the cotton to make a bed sheets or mixed with the wool to make a carpets. ਕਹਿੰਦਾ ਜੀ ਰਿਓਨ ਨੂੰ ਜੋ ਮਿਕਸ ਕੀਤਾ ਜਾਂਦਾ ਕਾਟਨ ਦੇ ਨਾਲ ਤੇ ਕੀ ਬਣਾਈ ਜਾਂਦੇ ਚਾਦਰਾਂ ਬਣਾਈਆਂ ਜਾਂਦੀਆਂ ਨੇ ਜਦੋਂ ਨੂੰ ਮਿਕਸ ਕਰਦੇ ਆ ਆਪਾਂ ਉੱਨ ਦੇ ਨਾਲ ਤੇ ਕੀ ਬਣਾਉਂਦੇ ਕਾਰਪੇਟਸ ਆਪਣੇ ਘਰਾਂ ਵਿੱਚ ਜਿਹੜੇ ਵਿਛਾਏ ਹੁੰਦੇ ਨੇ ਗਲੀਚੇ ਵਗੈਰਾ ਉਹ ਤਿਆਰ ਕਰਦੇ ਅਸੀਂ ਹਾਂਜੀ ਗੱਲ ਕਰ ਰਹੇ ਹਾਂ ਜੀ ਨਾਈਲੋਨ ਨਾਈਲੋਨ ਇਜ਼ ਅਨਦਰ ਮੈਨ ਮੇਡ ਫਾਈਬਰਸ ਇਹ ਕੀ ਹੈ ਜੀ ਇੱਕ ਹੋਰ ਹੈ ਮੈਨ ਮੇਡ ਫਾਈਬਰ ਜਿਹੜਾ ਕੁਦਰਤੀ ਮਨੁੱਖ ਨੇ ਬਣਾਇਆ in 1931 it was made without using any natural raw material from plant and animals ਕਹਿੰਦਾ ਜੀ 1931 ਦੇ ਵਿੱਚ ਕੀ ਕੀਤਾ ਸੀ ਜੀ ਸਾਇੰਟਿਸਟ ਨੇ ਨਵੀਂ ਚੀਜ਼ ਬਣਾ ਕੇ ਸਾਹਮਣੇ ਤਿਆਰ ਕੀਤਾ ਸੀ ਉਹਦਾ ਨਾਂ ਕੀ ਸੀ ਨਾਈਲੋਨ ਵਿਦਆਊਟ ਕਿ ਦੀ ਕੱਚੇ ਮਾਲ ਦੀ ਵਰਤੋਂ ਜਿਹੜਾ ਸਾਨੂੰ ਨੈਚੁਰਲ ਤੋਂ ਤੇ ਕੱਚਾ ਮਾਲ ਮਿਲਦਾ ਉਹਨਾਂ ਦੀ ਵਰਤੋਂ ਕੀਤੇ ਬਗੈਰ ਨਾ ਤੇ ਪਲਾਂਟਸ ਤੋਂ ਤਿਆਰ ਹੋਇਆ ਤੇ ਨਾ ਹੀ ਐਨੀਮਲਸ ਤੋਂ ਤਿਆਰ ਹੋਇਆ ਇਟ ਵਾਸ ਪ੍ਰਪੇਅਰਡ ਫਰੋਮ ਕੋਲ ਵਾਟਰ ਐਂਡ ਏਅਰ ਇਹ ਕਿੱਥੋਂ ਤਿਆਰ ਹੋਇਆ ਸੀ ਜੀ ਕੋਲੇ ਤੋਂ ਹਵਾ ਤੇ ਪਾਣੀ ਤੋਂ ਇਟ ਵਾਸ the first fully synthetic fiber ਇਹ ਪਹਿਲਾ ਸੀ ਜਿਹੜਾ ਕਿ ਪ੍ਰੋਪਰ ਤੌਰ ਤੇ ਮਨੁੱਖ ਦੁਆਰਾ ਤਿਆਰ ਕੀਤਾ ਗਿਆ ਬਨੌਟੀ ਰੇਸ਼ਾ ਸੀ ਨਾਈਲੋਨ ਫਾਈਬਰ ਵਾਸ ਸਟਰੋਂਗ ਇਲਾਸਟਿਕ ਐਂਡ ਲਾਈਟ ਕਹਿੰਦਾ ਜੀ ਬਹੁਤ ਜ਼ਿਆਦਾ ਮਜ਼ਬੂਤ ਸੀ ਲਚੀਲਾ ਸੀ ਤੇ ਬਹੁਤ ਜ਼ਿਆਦਾ ਚਮਕ ਵਾਲਾ ਸੀ ਇਟ ਵਾਸ ਲਸਟਰ ਐਂਡ ਈਜ਼ੀ ਟੂ ਵਾਸ਼ ਠੀਕ ਹੈ ਜੀ ਇਹ ਜਲਦੀ ਧੋਤਾ ਵੀ ਜਾਂਦਾ ਸੀ ਠੀਕ ਹੈ ਜਲਦੀ ਸਾਫ਼ ਹੋ ਜਾਂਦਾ ਸੀ ਸੋ ਇਟ ਬਿਕਮ ਵੈਰੀ ਪਪੂਲਰ ਫॉर ਮੇਕਿੰਗ ਕਲੋਥਸ ਇਸ ਕਰਕੇ ਕੱਪੜੇ ਬਣਾਉਣ ਵਿੱਚ ਬਹੁਤ ਜ਼ਿਆਦਾ ਵਰਤੋਂ ਇਸ ਦੀ ਕੀਤੀ ਗਈ ਯੂਜ਼ਸ socks, rope, tents, ठीक है जी टूथब्रश कार सीट्स बेल्ट स्लीपिंग बैग्स कर्टनस एक्सैक्ट्रा ਅਸੀਂ ਕਹਿੰਦਾ ਜੀ ਇਹਨਾਂ ਦੀ ਵਰਤੋਂ ਕਿੱਥੇ ਕੀਤੀ ਹੈ ਜੀ ਜਰਾਬਾਂ ਬਣਾਉਣ ਤੇ ਰੱਸੀਆਂ ਬਣਾਉਣ ਤੇ ਠੀਕ ਹੈ ਟੈਂਟ ਬਣਾਉਣ ਤੇ ਟੂਥਬ੍ਰਸ਼ ਬਣਾਉਣ ਤੇ ਇਹਨਾਂ ਦੀ ਵਰਤੋਂ ਕੀਤੀ ਗਈ ਜ਼ਿਆਦਾ ਕਿੰਨਾ ਦੀ ਨਾਈਲੋਨ ਦੀ ਇਹ ਤੁਹਾਨੂੰ ਦੀ ਬੁੱਕ ਦੇ ਵਿੱਚ ਡਾਇਗਰਾਮ ਬਣੀ ਹੋਈ ਨਜ਼ਰ ਆ ਰਹੀ ਹੋਏਗੀ ਜੀ फस्ट की है जी तुहाडी सॉक्स है सैकेंड की है जी तुहाडी रस्सी है फिर टूथब्रश है कर्टनस वगैरह कादे बने होंगे ने नाइलोन वगैरह दे सारी चीज़ां बन के तैयार होंदियां ने ये सारियां चीज़ां मार्केट दे विच अवेलेबल्स ने ठीक है जी अजकल असीं बहुत ज़्यादा कपड़ियां दी यूज़ कर रहे हैं जो कादे बने हुए ने नाइलोन दे बने हुए ने हाँ जी अगों गल कर रहे हैं जी इस नाइलोन फाइबर्स really so strong that we can make nylon parachutes and ropes are for rock climbing ਕਹਿੰਦਾ ਜੀ ਕੀ ਅਸੀਂ ਨਾਈਲੋਨ ਫਾਈਬਰਸ ਨੂੰ ਇੰਨਾ ਜ਼ਿਆਦਾ ਸਟਰੋਂਗ ਹੁੰਦਾ ਕਿ ਇਹਨਾਂ ਦੇ ਪੈਰਾਸ਼ੂਟਸ ਬਣਾ ਸਕਦੇ ਜਾਂ ਰੱਸੀਆਂ ਬਣਾ ਸਕਦੇ ਆ ਵੱਡੇ ਵੱਡੇ ਪਹਾੜਾਂ ਤੇ ਚੜ੍ਹਨ ਵਾਸਤੇ ਯੈਸ ਨਾਈਲੋਨ ਫਾਈਬਰਸ ਆਰ ਆਲਸੋ ਯੂਜ਼ਡ ਫॉर ਮੇਕਿੰਗ ਪੈਰਾਸ਼ੂਟਸ ਐਂਡ ropes for rock climbing because nylon thread is actually stronger than steel wire ਕਹਿੰਦਾ ਯੈਸ ਕਹਿੰਦਾ ਹਾਂਜੀ ਅਸੀਂ ਨਾਈਲੋਨ ਤੇ ਪੈਰਾਸ਼ੂਟ ਤੇ ਰੱਸੀਆਂ ਬਣਾ ਸਕਦੇ ਹਾਂ ਵੱਡੇ ਵੱਡੇ ਪਹਾੜਾਂ ਤੇ ਚੜ੍ਹਨ ਵਾਸਤੇ ਕਿਉਂਕਿ ਨਾਈਲੋਨ ਜਿਹੜੀ ਚੀਜ਼ ਹੁੰਦੀ ਹੈ ਇਹ ਸਾਡੀ स्टील वायर का नालों भी ज़्यादा स्ट्रोंग होंगी है काफ़ी ज़्यादा मजबूत होंगी है थर्ड गल कर रहे हैं जी पॉलिस्टर एंड एक्रेलिक पॉलिस्टर इज़ अनदर सिंथेटिक फाइबर्स कहता जी एक होर तरह का सिंथेटिक फाइबर है फैब्रिक्स मेड फ्रॉम दिस फाइबर्स डस नॉट गैट रिंकल्स ईजली कहता जी इस तरह का फाइबर है ये कोई भी तरह का जल्दी वट नहीं पैंती कि पॉलिस्टर के इट रिमेन्स क्रिस्प एंड ईजी टू वॉश सो इट इज़ क्वाइट सुटेबल फॉर मेकिंग ड्रैस मटीरियल कहता है जी इस तरह आकड़िया रहिंदा ते जल्दी धोता जाता है इस करके इसनूं कपड़े बनाउण लई काफ़ी ज़्यादा वरतिया जाता है किन्नू जी पॉलिस्टर नूं माई मदर ऑलवेज बाइज पैट बॉटल्स एंड जार्स फॉर स्टोरिंग राइस एंड शुगर आई वंडर वट पैट इज़ कहता जी मेरी माता जी पैट दी बोतलां यूज़ करते हैं ठीक है जार यूज़ करते हैं मर्तबान कादे वास्ते चावल ते शुगर नूं रखण वास्ते कहता मैं हैरान है कि पैट हुंदा की है पैट इज़ वैरी फेमिलियर फ्रॉम पॉलिस्टर कहते जी पैट की फॉर्म की है पॉलिस्टर ना का हुंदा है जी ठीक है इट इज़ यूज फॉर मेकिंग बॉटल्स
ਫਿਲਮਸ ਵਾਇਰਸ ਐਂਡ ਮੈਨੀ ਅਦਰ ਯੂਜ਼ਫੁਲ ਪ੍ਰੋਡਕਟਸ। ਕਹਿੰਦਾ ਜੀ ਇਹ ਕੀ ਇੱਕ ਪੋਲੀਸਟਰ ਹੁੰਦਾ ਹੈ, ਇਹਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ, ਬੋਤਲਾਂ ਬਣਾਉਣ ਵਾਸਤੇ ਕੀਤੀ ਜਾਂਦੀ ਹੈ, ਠੀਕ ਹੈ ਜੀ, ਜ਼ਾਰ ਬਣਾਉਣ ਵਾਸਤੇ ਕੀਤੀ ਜਾਂਦੀ ਹੈ, ਤਾਂ ਜੋ ਆਪਣੀ ਚੀਜ਼ਾਂ ਨੂੰ ਸਟੋਰੇਜ ਕਰਕੇ ਰੱਖਿਆ ਜਾ ਸਕੇ। ਇੱਕ ਟ੍ਰਾਂਸੇਬਲ ਹੁੰਦਾ ਹੈ, ਫਾਰਮਸ ਹੁੰਦੀਆਂ ਇਹਦੀਆਂ, ਠੀਕ ਹੈ ਜੀ, ਟ੍ਰਾਂਸਪੇਰੈਂਟ ਹੁੰਦਾ ਹੈ, ਤਾਂ ਜੋ ਆਸਾਨੀ ਨਾਲ ਇਹਦੇ ਅੰਦਰ ਚੀਜ਼ ਪਈ ਸਾਨੂੰ ਨਜ਼ਰ ਵੀ ਆ ਸਕੇ। ਪੋਲੀਸਟਰ ਦੋ ਵਰਡਸ ਨਾਲ ਮਿਲ ਕੇ ਬਣਿਆ ਜੀ, ਪੋਲੀ ਪਲਸ ਐਸਟਰ, is actually made up of the repeating units is of a chemicals called an esters। ਕਹਿੰਦਾ ਹੈ ਜੀ ਇਹ ਦੋ ਵਰਡਸ ਨਾਲ ਮਿਲ ਕੇ ਬਣਿਆ ਪੋਲੀ ਪਲਸ ਈਸਟਰ, ਤੇ ਇਹਦੇ ਉੱਪਰ ਕੈਮੀਕਲਸ ਚੀਜ਼ਾਂ ਹੁੰਦੀਆਂ ਨੇ, ਠੀਕ ਹੈ, ਰਿਪੀਟਿੰਗ ਯੂਨਿਟਸ ਨੇ, ਬਾਰ-ਬਾਰ ਯੂਜ਼ ਕੀਤੀਆਂ ਜਾਂਦੀਆਂ ਨੇ, ਤੇ ਕੀ ਹੈ ਜੀ ਕੈਮੀਕਲ, ਇੱਕ ਰਸਾਇਣਿਕ ਪਦਾਰਥ ਹੈ, ਇਹਨੂੰ ਕੀ ਬੋਲਦੇ ਨੇ, ਈਸਟਰ। ਈਸਟਰ ਆਰ ਦਾ ਕੈਮੀਕਲਸ ਵਿਚ ਗਿਵ ਫਰੂਟਸ ਦੇਅਰ ਸਮੈਲ। ਕਹਿੰਦਾ ਜੀ ਕਿਸ ਤਰ੍ਹਾਂ ਦਾ ਕੈਮੀਕਲ ਹੈ ਜੋ ਕਿ ਫਲਾਂ ਨੂੰ ਉਹਨਾਂ ਦੀ ਸੁਗੰਧ ਦਿੰਦਾ ਹੈ। Fabrics are sold by names like polycot, polywool, terrycool, etc। ਕਹਿੰਦਾ ਜੀ ਇਸ ਤਰ੍ਹਾਂ ਦਾ ਫਾਈਬਰ ਪੋਲੀਸਟਰ ਨਾਂ ਦਾ ਫਾਈਬਰ ਜਿਹੜਾ ਮਾਰਕੀਟ ਦੇ ਵਿੱਚ ਜਲਦੀ ਵਿਕ ਰਿਹਾ, ਉਹਦਾ ਦੂਸਰਾ ਨਾਮ ਕੀ ਹੈ ਜੀ, polycot ਹੈ, polywool ਹੈ, ਤੇ terrycool ਹੈ। As the name suggests, these are made by mixing of two types of fibers। ਕਹਿੰਦਾ ਜੀ ਤੇ ਨਾਮ ਤੋਂ ਪਤਾ ਚੱਲ ਰਿਹਾ ਜੀ ਦੋ ਤਰ੍ਹਾਂ ਦੇ ਫਾਈਬਰਸ ਨੂੰ ਮਿਲ ਕੇ ਬਣਦਾ ਹੋਏਗਾ। Polycot is a mixture of polyester and cotton। ਜਿਹੜਾ ਪੋਲੀਕॉट ਹੈ ਉਹਦੇ ਨਾਂ ਤੋਂ ਪਤਾ ਚੱਲ ਰਿਹਾ ਜੀ, ਪੋਲੀ ਮਤਲਬ ਇਹ ਦੋ ਤਰ੍ਹਾਂ ਦੀ ਚੀਜ਼ਾਂ ਨਾਲ ਮਿਲ ਕੇ ਬਣਿਆ ਹੋਗਾ, ਇੱਕ ਪੋਲੀਸਟਰ ਤੇ ਇੱਕ ਕਾਟਨ ਤੋਂ ਮਿਲ ਕੇ ਬਣਿਆ ਹੋਇਆ ਹੈ। ਇਸ ਟਾਈਮ ਪੋਲੀਵੂਲ ਇਜ਼ ਮਿਕਸਚਰ ਆਫ ਪੋਲੀਸਟਰ ਐਂਡ ਵੂਲ। ਪੋਲੀ ਕਾਹਦਾ ਹੈ ਜੀ, ਪੋਲੀਸਟਰ, ਤੇ ਵੂਲ ਕਾਹਦਾ ਹੈ ਜੀ, ਵੂਲ, ਠੀਕ ਹੈ ਜੀ, ਉਨ ਤੋਂ ਮਿਲ ਕੇ ਬਣਦਾ ਹੈ। We wear sweaters and use shawls or blankets in the winters। ਕਹਿੰਦਾ ਜੀ ਅਸੀਂ ਸਰਦੀਆਂ ਦੇ ਵਿੱਚ ਸਵੈਟਰ ਵੀ ਪਾਉਂਦੇ ਹਾਂ, ਸ਼ਾਲ ਵੀ ਲੈਂਦੇ ਹਾਂ, ਤੇ ਕੰਬਲ ਵੀ ਲੈ ਰਹੇ ਹਾਂ। Many of these are actually not made from natural wool। ਕਹਿੰਦਾ ਜੀ ਕਈ ਵਾਰ ਇਹ ਸਾਰੀ ਚੀਜ਼ਾਂ ਕੁਦਰਤੀ ਜਿਹੜੀ ਤੌਰ ਤੁਹਾਨੂੰ ਉੱਨ ਪ੍ਰਾਪਤ ਹੁੰਦੀ ਉਸ ਤੋਂ ਮਿਲ ਕੇ ਨਹੀਂ ਬਣਦੀ। ਦੋ ਦੇ ਅਪੀਅਰ ਟੂ ਰਿਸੈਂਬਲਸ ਵੂਲ। ਕਹਿੰਦਾ ਜੀ ਇਸ ਤੋਂ ਇਲਾਵਾ ਵੀ ਮਾਰਕੀਟ ਦੇ ਵਿੱਚ ਕੋਈ ਹੋਰ ਵੀ ਇੱਕ ਤਰ੍ਹਾਂ ਦੀ ਉੱਨ ਆਉਂਦੀ ਹੈ। These are prepared from another type of synthetic fiber called acrylic। ਕਹਿੰਦਾ ਜੀ ਇਸ ਤੋਂ ਇਲਾਵਾ ਵੀ ਇੱਕ ਮਾਰਕੀਟ ਦੇ ਸਿੰਥੈਟਿਕ ਫਾਈਬਰ ਆਉਂਦਾ ਹੈ, ਠੀਕ ਹੈ ਜੀ, ਜੋ ਉੱਨ ਬਣਾਉਣ ਦੇ ਕੰਮ ਆਉਂਦਾ, ਉਸਨੂੰ ਕੀ ਬੋਲਦੇ ਨੇ ਜੀ, acrylic ਰੇਸ਼ੇ ਕਹਿੰਦੇ ਨੇ। The wool obtained from natural sources is quite expensive, whereas clothes are made from acrylic are repeatedly cheap। ਕਹਿੰਦਾ ਜੀ ਜਿਹੜੀ ਅਸੀਂ ਵੂਲ ਮਾਰਕੀਟ ਦੇ ਵਿੱਚ ਆਉਂਦੀ ਅਸਲੀ ਵੂਲ ਹੁੰਦੀ ਉਹ ਕਾਫੀ ਜ਼ਿਆਦਾ ਮਹਿੰਗੀ ਹੁੰਦੀ ਹੈ, ਤੇ ਕਹਿੰਦਾ ਜੀ ਉਹਦੇ ਕੰਪੇਅਰ acrylic ਜਿਹੜੀ ਵੂਲ ਤਿਆਰ ਕਰਦੀ ਹੈ ਉਹ ਬਹੁਤ ਜ਼ਿਆਦਾ ਸਸਤੀ ਹੁੰਦੀ ਹੈ, ਠੀਕ ਹੈ ਜੀ। ਇੱਕ ਹੀ ਹੈ ਜੀ ਇਹ ਮੈਨ ਮੇਡ ਸਿੰਥੈਟਿਕ ਫਾਈਬਰ ਹੈ ਜਿਹੜਾ ਕਿ ਇੱਕ ਮਨੁੱਖ ਨੇ ਖੁਦ ਤਿਆਰ ਕੀਤਾ ਹੋਇਆ। ਸਿੰਥੈਟਿਕ ਫਾਈਬਰਸ ਮੈਲਟ ਔਨ ਹੀਟਿੰਗ। ਦੂਸਰੀ ਗੱਲ ਕਰ ਰਿਹਾ ਜੀ ਸਿੰਥੈਟਿਕ ਫਾਈਬਰ ਜਿਹੜੇ ਹੁੰਦੇ ਨੇ ਉਹ ਮੈਲਟ ਹੋ ਜਾਂਦੇ ਨੇ, ਪਿਘਲ ਜਾਂਦੇ ਨੇ ਗਰਮੀ ਦੇ ਵਿੱਚ, ਠੀਕ ਹੈ, ਜਦੋਂ ਗਰਮੀ ਦੇ ਕੋਲ ਲੈ ਕੇ ਜਾਂਦੇ ਇਹਨਾਂ ਨੂੰ। ਸੋ ਦਾ ਫਾਈਬਰਸ ਮੈਲਟਸ ਐਂਡ ਸਟਿਕਸ ਔਨ ਟੂ ਦਾ ਬੋਡੀ ਆਫ ਦਾ ਪਰਸਨ ਵੇਅਰਿੰਗ ਇਟ। ਕਹਿੰਦਾ ਜਦੋਂ ਇਹ ਪਿਘਲਣਾ ਸ਼ੁਰੂ ਕਰ ਦਿੰਦੇ ਅੱਗ ਲੱਗ ਜਾਂਦੀ ਹੈ, ਤੇ ਜਿਹੜੇ ਬੰਦੇ ਨੇ ਕੱਪੜੇ ਪਾਏ ਹੋਣਗੇ ਸਿੰਥੈਟਿਕ ਫਾਈਬਰ ਦੇ ਤੇ ਉਹਨਾਂ ਦੇ ਉੱਪਰ ਹੀ ਚਿਪਕ ਜਾਣਗੇ, ਤੁਹਾਨੂੰ ਕਾਫੀ ਜ਼ਿਆਦਾ ਨੁਕਸਾਨ ਦੇ ਸਕਦੇ ਨੇ। Therefore not wear synthetic clothes while working in the kitchen or in the laboratory। ਕਹਿੰਦਾ ਜੀ ਇਸ ਕਰਕੇ ਸਾਨੂੰ ਸਿੰਥੈਟਿਕ ਫਾਈਬਰਸ ਦੇ ਬਣੇ ਕੱਪੜੇ ਆਪਣੀ ਰਸੋਈ ਦੇ ਵਿੱਚ ਨਹੀਂ ਪਾਉਣੇ ਚਾਹੀਦੇ, ਕਿਉਂਕਿ ਉੱਥੇ ਜ਼ਿਆਦਾ ਅੱਗ ਲੱਗਣ ਦਾ ਡਰ ਹੁੰਦਾ, ਤੇ ਨਾ ਹੀ ਲੈਬੋਰਟਰੀ ਪ੍ਰਯੋਗਸ਼ਾਲਾ ਦੇ ਵਿੱਚ ਪਾਉਣੇ ਚਾਹੀਦੇ ਨੇ, ਕਿਉਂਕਿ ਉੱਥੇ ਵੀ ਨਵੇਂ ਐਕਸਪੈਰੀਮੈਂਟ ਹੁੰਦੇ ਨੇ ਤੇ ਅੱਗ ਲੱਗਣ ਦਾ ਕਾਫੀ ਜ਼ਿਆਦਾ ਡਰ ਹੁੰਦਾ ਹੈ। All the synthetic fibers are prepared by a number of processes using raw materials of petroleum origin called petrochemicals। ਕਹਿੰਦਾ ਜਿੰਨੇ ਵੀ ਸਿੰਥੈਟਿਕ ਫਾਈਬਰਸ ਨੇ ਬਣਦੇ ਨੇ ਉਹ ਕਾਫੀ ਜ਼ਿਆਦਾ ਨੰਬਰਸ ਆਫ ਪ੍ਰੋਸੈਸਿਸ, ਕਾਫੀ ਜ਼ਿਆਦਾ ਕਿਰਿਆਵਾਂ ਕਰਨੀਆਂ ਪੈਂਦੀਆਂ ਨੇ ਤਾਂ ਬਣਦੇ ਨੇ, ਤੇ ਪਰ ਉਹਨਾਂ ਦਾ ਰਾਹ ਮਟੀਰੀਅਲ ਕੀ ਹੈ, ਕੱਚਾ ਮਾਲ ਕੀ ਹੈ ਜੀ, ਪੈਟਰੋਲੀਅਮ ਹੈ, ਇਸ ਕਰਕੇ ਉਹਨੂੰ ਕੀ ਬੋਲਦੇ ਨੇ ਜੀ, ਪੈਟਰੋਕੈਮੀਕਲ ਕਹਿੰਦੇ ਨੇ। ਹਾਂਜੀ ਅੱਗੋਂ ਗੱਲ ਕਰ ਰਹੇ ਹਾਂ ਜੀ ਕਰੈਕਟਰਿਸਟਿਕਸ ਆਫ ਸਿੰਥੈਟਿਕ ਫਾਈਬਰ। ਸਿੰਥੈਟਿਕ ਫਾਈਬਰ ਦੇ ਸਾਨੂੰ ਕਿਹੜੀਆਂ ਵਿਸ਼ੇਸ਼ਤਾਵਾਂ ਨੇ, ਕਿਹੜੇ ਸਾਨੂੰ ਲਾਭ ਨੇ। ਨੰਬਰ 1 ਸਿੰਥੈਟਿਕ ਫਾਈਬਰਸ ਡਰਾਈ ਅਪ ਕੁਇਕਲੀ। ਕਹਿੰਦਾ ਸਿੰਥੈਟਿਕ ਫਾਈਬਰਸ ਜਿਹੜੇ ਹੁੰਦੇ ਨੇ ਉਹ ਜਲਦੀ ਸੁੱਕ ਜਾਂਦੇ ਨੇ। ਸੈਕਿੰਡ ਸਿੰਥੈਟਿਕ ਫਾਈਬਰਸ ਆਰ ਡਿਊਰੇਬਲ। ਸਿੰਥੈਟਿਕ ਫਾਈਬਰ ਜ਼ਿਆਦਾ ਲੰਬੇ ਸਮੇਂ ਲਈ ਚੱਲਦੇ ਨੇ। ਸਿੰਥੈਟਿਕ ਫਾਈਬਰਸ ਆਰ ਲੈਸ ਐਕਸਪੈਂਸਿਵ। ਹਾਂਜੀ ਅਸੀਂ ਸਾਰੇ ਵੀਡੀਓ 'ਚ ਗੱਲ ਕਰਕੇ ਹਟੇ ਹਾਂ ਜੀ ਕਿ ਜਿਹੜੇ ਨੈਚੁਰਲ ਸੋਰਸਿਸ ਹੁੰਦੇ ਕਾਫੀ ਜ਼ਿਆਦਾ ਮਹਿੰਗੇ ਹੁੰਦੇ ਨੇ, ਤੇ ਸਿੰਥੈਟਿਕ ਫਾਈਬਰਸ ਵਾਲੇ ਜਿਹੜੇ ਹੋਣਗੇ ਉਹ ਕਾਫੀ ਜ਼ਿਆਦਾ ਸਸਤੇ ਹੋਣਗੇ। ਸਿੰਥੈਟਿਕ ਫਾਈਬਰਸ ਆਰ ਈਜ਼ੀ ਟੂ ਮੇਨਟੇਨ। ਕਹਿੰਦਾ ਜੀ ਹਾਂਜੀ ਇਹਨਾਂ ਨੂੰ ਜਲਦੀ ਆਸਾਨੀ ਤਰੀਕੇ ਨਾਲ ਸਾਂਭ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਐਜ਼ ਕੰਪੇਅਰ ਟੂ ਨੈਚੁਰਲ ਸੋਰਸਿਸ ਦੇ, ਕਿਉਂਕਿ ਜਿਹੜਾ ਅਸਲੀ ਤਰ੍ਹਾਂ ਦਾ ਸਾਡਾ ਰੇਸ਼ਮ ਹੁੰਦਾ, ਸਿਲਕ ਹੁੰਦੀ ਹੈ, ਉਹਨੂੰ ਸਾਂਭ ਕੇ ਰੱਖਣ ਵਾਸਤੇ ਬਹੁਤ ਜ਼ਿਆਦਾ ਸਾਨੂੰ ਐਫਰਟ ਕਰਨੇ ਪੈਂਦੇ ਨੇ, ਪਰ ਜਿਹੜੇ ਸਾਡੇ ਨਕਲੀ ਆਪਾਂ ਤਿਆਰ ਕੀਤੀ ਗਈ ਹੈ ਜੀ ਸਾਡੇ ਕੋਲ ਆਪਾਂ ਰੇਸ਼ਮ ਉਹ ਕੀ ਰਿਓਨ, ਉਹਨੂੰ ਸਾਂਭਣ ਵਾਸਤੇ ਜ਼ਿਆਦਾ ਐਫਰਟ ਕਰਨ ਦੀ ਲੋੜ ਨਹੀਂ ਪੈਂਦੀ। ਹਾਂਜੀ ਹੁਣ ਸਾਰੀ ਵੀਡੀਓ ਨੂੰ ਧਿਆਨ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋ, ਸੁਣੋ ਤੇ ਪੜ੍ਹੋ। ਮੈਂ ਇਸ ਦੇ ਰਿਲੇਟਡ ਤੁਹਾਨੂੰ ਹੋਮਵਰਕ ਦੇ ਰਹੀ ਹਾਂ ਜੀ, ਉਹ ਤੋਂ ਹੀ ਆਪਣੀ ਸਾਇੰਸ ਦੀ ਨੋਟਬੁੱਕ 'ਤੇ ਕਰਨਾ ਹੈ। ਹਾਂਜੀ ਫਸਟ ਕੁਐਸਚਨ ਵੇਖੋ ਜੀ, ਡਿਫਾਈਨ ਪੋਲੀਮਰ। ਪੋਲੀਮਰ ਕੀ ਹੁੰਦਾ ਤੁਸੀਂ ਉਹ ਦੱਸਣਾ ਹੈ। ਸੈਕਿੰਡ ਕੁਐਸਚਨ ਸਿੰਥੈਟਿਕ ਫਾਈਬਰਸ ਆਰ ਆਲਸੋ ਕਾਲਡ ਡੈਸ਼ ਔਰ ਡੈਸ਼ ਫਾਈਬਰਸ। ਸਿੰਥੈਟਿਕ ਫਾਈਬਰਸ ਨੂੰ ਕਿਹੜੇ ਦੋ ਨਾਂ ਨਾਲ ਜਾਣਿਆ ਜਾਂਦਾ ਤੁਸੀਂ ਉਹ ਫਿਲਿਪਸ ਦੇ ਵਿੱਚ ਲਿਖਣਾ ਹੈ।
थर्ड क्वेश्चन मैचिड, ए ते बी दे कॉलम नूं आपस में मैच करना है। नंबर ए पॉलिस्टर, नंबर 2 रियॉन, नंबर 3 नाइलॉन। बी दे कॉलम च की है जी prepared by using wood pulp, used for making parachutes and stocking, fabrics do not wrinkle easily। फोर्थ क्वेश्चन की है जी गिव एग्जाम्पल विच इंडिकेट दैट नाइलॉन फाइबर्स आर वेरी स्ट्रोंग। तुसी कोई दसना है जी, कोई अपनी एग्जाम्पल देके दसनी है जी कि जो आप यूज़ कर रहे हैं नाइलॉन और काफ़ी फाइबर्स और काफ़ी ज़्यादा स्ट्रोंग है दूसरे फाइबर्स के कंपेयर। फिफ्थ क्वेश्चन है जी पैट इज़ फॉर्म ऑफ नाइलॉन, कहना जो पैट की गल की नाइलॉन है, यस या नो। जो तुम यस लगता यस देके टिक लाओ, जो तुम नो लगता नो देके टिक लाओ। इस सारी वीडियो में बार बार ध्यान पढ़ो, सुनो, वेखो, तुम अपने आप इन्हों के आंसर मिल जाएंगे। थैंक यू बेटा जी।